ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 6 ਸਾਲ ਦੀ ਉਮਰ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਜਦੋਂ ਅਨੰਦਪੁਰ ਵਿਖੇ ਆਉਣਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਵਿੱਚ ਰਹਿੰਦਿਆਂ ਸ਼ਾਸਤਰ ਅਤੇ ਸ਼ਸਤਰ ਦੀ ਵਿੱਦਿਆ ਹਾਸਲ ਕੀਤੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਦੂਰ ਦੂਰ ਤੋਂ ਸੰਗਤ ਆਉਂਦੀ, ਦੀਦਾਰ ਕਰਕੇ ਨਿਹਾਲ ਹੁੰਦੀ। ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਦੇ ਮਾਲਕ ਨੇ, ਵਾਰਸ ਨੇ, ਉੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਗਰੀਬ ਨਵਾਜ ਸੰਤਾਂ ਸਾਹਿਬਜ਼ਾਦੇ ਨੂੰ ਵੇਖ ਕੇ ਵੀ ਨਿਹਾਲ ਹੁੰਦੀਆਂ ਅਤੇ ਉਹਨਾਂ ਦੀ ਰਹਿਣੀ ਬਹਿਣੀ, ਉਹਨਾਂ ਦੀ ਸੋਚ ਵਿਚਾਰ ਤੋਂ ਬੜੀਆਂ ਪ੍ਰਭਾਵਿਤ ਹੁੰਦੀਆਂ ਸਨ। ਇੱਕ ਵਾਰ ਸੰਗਤ ਲਾਹੌਰ ਤੋਂ ਚੱਲ ਕੇ ਆਈ ਅਤੇ ਉਹ ਸੰਗਤ ਦੇ ਵਿੱਚ ਸਤਿਕਾਰਯੋਗ ਮਾਤਾ ਜੀਤੋ ਜੀ ਅਤੇ ਉਹਨਾਂ ਦੇ ਪਿਤਾ ਭਾਈ ਹਰਜਸ ਜੀ ਉਹ ਆਏ। ਆ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਦੀਦਾਰ ਕੀਤੇ, ਸੇਵਾ ਕੀਤੀ ਅਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਿੱਕੜੀ ਉਮਰ ਦੇ ਨੇ, ਉਹਨਾਂ ਤੋਂ ਬੜੇ ਪ੍ਰਭਾਵਿਤ ਹੋਏ। ਮਾਤਾ ਜੀਤੋ ਜੀ ਦੇ ਮਾਤਾ ਪਿਤਾ ਨੇ ਆਪਸ ਵਿੱਚ ਵਿਚਾਰ ਕੀਤੀ ਵੀ ਕਿਉਂ ਨਾ ਆਪਣੀ ਬੱਚੀ ਦਾ ਰਿਸ਼ਤਾ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਵੱਲ ਕਰ ਦਈਏ। ਹਾਲਾਂਕਿ ਉਮਰ ਛੋਟੀ ਸੀ, ਉਹਨਾਂ ਸਮਿਆਂ ਵਿੱਚ ਨਿੱਕੀ ਉਮਰ ਦੇ ਵਿੱਚ ਰਿਸ਼ਤੇ ਤੈਅ ਕਰ ਦਿੱਤੇ ਜਾਂਦੇ ਸਨ ਅਤੇ ਵਿਆਹ ਵੀ ਹੋ ਜਾਇਆ ਕਰਦੇ ਸਨ। ਮਾਤਾ ਪਿਤਾ ਨੇ ਸਲਾਹ ਕਰਕੇ, ਵਿਚਾਰ ਕਰਕੇ ਅਤੇ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਅੱਗੇ ਆਪਣੇ ਦਿਲ ਦੀ ਗੱਲ ਨੂੰ ਦੱਸਿਆ। ਨਾਲ ਹੀ ਸਤਿਕਾਰਯੋਗ ਮਾਤਾ ਗੁਜਰੀ ਜੀ ਨੂੰ ਦੱਸਿਆ, ਮਾਤਾ ਨਾਨਕੀ ਜੀ ਨੂੰ ਦੱਸਿਆ। ਮਾਤਾ ਜੀਤੋ ਜੀ ਬੜੇ ਪਿਆਰ ਵਾਲੇ ਅਤੇ ਬੜੀ ਨਿਮਰਤਾ ਵਾਲੇ, ਸਹਿਣਸ਼ੀਲਤਾ ਵਾਲੇ, ਰੱਬੀ ਗੁਣਾਂ ਨਾਲ ਭਰੇ ਹੋਏ ਸਨ। ਮਾਂ ਬਾਪ ਗੁਰੂ ਨਾਲ ਜੁੜਿਆ ਸੀ, ਸੁਭਾਵਿਕ ਗੱਲ ਹੈ ਧੀ ਵਿੱਚ ਵੀ ਗੁਣ ਸਨ। ਸਾਰਿਆਂ ਨੇ ਚੰਗਾ ਜਾਣ ਕੇ ਇਸ ਰਿਸ਼ਤੇ ਨੂੰ ਪ੍ਰਵਾਨ ਕਰ ਲਿਆ। ਹੁਣ ਸਤਿਕਾਰਯੋਗ ਭਾਈ ਹਰਜਸ ਜੀ ਨੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ, ਸਤਿਗੁਰੂ ਤੁਸੀਂ ਆਪਣੇ ਸਾਹਿਬਜ਼ਾਦੇ ਦੀ ਬਰਾਤ ਲੈ ਕੇ ਲਾਹੌਰ ਆਉਣਾ ਹੈ। ਲਾਹੌਰ ਦੇ ਰਹਿਣ ਵਾਲੇ ਸਨ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਬਚਨ ਆਖੇ ਵੀ ਅਸੀਂ ਲਾਹੌਰ 'ਤੇ ਨਹੀਂ ਆ ਸਕਦੇ। ਹਾਂ, ਅਸੀਂ ਇੱਕ ਛੋਟਾ ਜਿਹਾ ਨਗਰ ਵਸਾ ਕੇ ਗੁਰੂ ਕਾ ਲਾਹੌਰ, ਕਹਿਣਗੇ ਇੱਕ ਛੋਟਾ ਜਿਹਾ ਨਗਰ ਵਸਾ ਕੇ ਇੱਥੇ ਹੀ ਲਾਹੌਰ ਬਣਾ ਦਿਆਂਗੇ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਲਾਹੌਰ ਨਾ ਜਾਣ ਦੇ ਕਈ ਕਾਰਨ ਸਨ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ 7 ਮੀਲ ਦੀ ਦੂਰੀ 'ਤੇ ਅਨੰਦਪੁਰ ਸਾਹਿਬ ਤੋਂ ਇੱਕ ਛੋਟਾ ਜਿਹਾ ਨਗਰ ਜਿਹੜਾ ਹੈ ਵਸਾਇਆ, ਜਿਹਨੂੰ ਗੁਰੂ ਕਾ ਲਾਹੌਰ ਆਖਿਆ ਜਾਂਦਾ। ਗੁਰਦੁਆਰਾ ਬਹੁਤ ਪਿਆਰਾ ਸੁਸ਼ੋਭਿਤ ਹੈ ਅੱਜ ਕੱਲ੍ਹ। ਉੱਥੇ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਆਨੰਦ ਕਾਰਜ ਸਤਿਕਾਰਯੋਗ ਮਾਤਾ ਜੀਤੋ ਜੀ ਨੂੰ ਹੋਏ ਹਨ। ਅਥਾਹ ਖੁਸ਼ੀਆਂ ਸਨ ਘਰ ਦੇ ਵਿੱਚ। ਜਿਹੜਾ ਵੀ ਲੋੜਵੰਦ ਆਉਂਦਾ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਅਤੇ ਹਰ ਇੱਕ ਦੇ ਮੁਖ ਦੇ ਉੱਤੇ ਗੁਰੂ ਦੀ ਵਡਿਆਈ, ਗੁਰੂ ਦੀ ਸਿਫਤ ਹੁੰਦੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 9 ਸਾਲ ਦੀ ਉਮਰ ਦੇ ਹੋਏ ਨੇ, ਦੇਸ਼ ਦੇ ਹਾਲਾਤ ਬਹੁਤ ਵਿਗੜ ਗਏ। ਦੇਸ਼ ਦਾ ਰਾਜਾ ਔਰੰਗਜ਼ੇਬ ਹਿੰਦੂਆਂ ਦੇ ਉੱਤੇ ਅਤਿਆਚਾਰ ਲੱਗਾ ਕਰਨ, ਉਹਨਾਂ ਦੇ ਜੰਝੂ ਲਾਉਣ ਲੱਗਾ, ਆਏ ਦਿਨ ਮੰਦਰਾਂ ਨੂੰ ਢਾਉਣ ਲੱਗਾ। ਇਸਲਾਮ ਦਾ ਝੰਡਾ ਦੁਨੀਆ 'ਤੇ ਫਹਿਰਾਉਣ ਦਾ ਸੁਪਨਾ ਲੈ ਕੇ ਉਹਨੇ ਬੜੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਹਿੰਦੁਸਤਾਨ ਦੇ ਸਤਾਏ ਹੋਏ ਲੋਕ
ब्राह्मण पंडित जदों आनंदपुर विच आउंदे ने ते फरियाद करते हैं, सतगुरु अज साडा धर्म खतरे विच है, साडा जंजू खतरे विच है, किरपा करो, केवल तुसीं हो जिहड़े साडे धर्म की रखिया कर सकते हो, साडी लाज पत रख सकते हो। उस समय 9 साल की उम्र धन गुरु गोबिंद सिंह महाराज सच्चे पातशाह जी ने पिता जी को यह सवाल किया सी, पिता जी ये दुखियारे, ये दुखी लोग कौन ने, इन्हां दी की मंग है, इन्हां दे आउण दा कारण की है। तो पिता गुरु तेग बहादुर महाराज जी ने आख्या सी, इस समय की हकूमत वालों सताए हुए लोग ने, तो इस दर से आके इन्होंने बेनती की है कि साडा धर्म जिहड़ा है वो डुब रहा है, साडे धर्म नूं खतरा है, साडे जंजू नूं खतरा है, तो इन्हां दे धर्म नूं बचाउण वास्ते किसी महान सूरमे की लोड़ है, किसी महान शख्सियत व्यक्ति की लोड़ है। उस समय 9 साल की उम्र में आख्या गुरु गोबिंद सिंह महाराज जी ने, पिता जी तुहाडे तो महान, तुहाडे तो वड्डा सूरमा होर किहड़ा हो सकता है। बड़ी वड्डी गल सी। 9 साल की उम्र में अपने पिता नूं तोरना, ये भी अपने आप में एक बड़ा वड्डा त्याग ते बड़ी वड्डी कुर्बानी है। आखिर गुरु तेग बहादुर महाराज पातशाह जी की शहादत होंदी है, उन्हों का सीस लैके भाई जैता जी जदों दिल्ली तो चल के वख-वख थावां तो होंदे हुए कीरतपुर साहब, उत्थों फिर आनंदपुर साहब विखे आउंदे ने। 9 साल की उम्र में अपने पिता का सिर्फ सीस वेखते हैं। तो मैं एक दिन पहला भी अर्ज की सी, कई बारी हादसे होंदे ने सड़कों के उत्ते, तो कोई हादसा इस तरह का होया होंदा है कि शरीर का कोई अंग वखरा होया होवे, खून निकलता होवे, ते बंदे तो वेख्या नहीं जाता, अखां परां नूं फेर लैंदा है। पर धन जिगरा गोबिंद सिंह महाराज पातशाह जी का केवल पिता का सीस वेखण नूं मिलिया है। धन जिगरा माता गुजरी जी का, धन जिगरा होवेगा उन्हां सिखां दा, ते कितना वड्डा जिगरा होवेगा उस सिख का जिहड़ा सीस लैके दिल्ली तो आनंदपुर पहुंचा होवेगा। चप्पे चप्पे ते हुकूमत खलोती है, सिपाही खलोते ने कि कोई भी व्यक्ति जिंदा स्वरूप सिख वर्गा होवे ते लंघदा होवे उन्हें फड़ लो ते खत्म कर दो। गुरु प्यार वालियो, हुण गुरु गोबिंद सिंह महाराज पातशाह जी का कद जी छोटा है, 9 साल की उम्र। सीस लैके आउण वाला जिहड़ा भाई जैता, उन्हां दा कद बड़ा उच्चा है, लम्मे चौड़े ने। हुण गुरु गोबिंद सिंह महाराज पातशाह जी थले चौंकी रखते हैं, उस चौंकी उत्ते खलोंदे ने, पिता के सीस दे दीदार करते हैं। उस तो बाद भाई जैते नूं सीने नाल ला लेंदे ने ते नाल कह देते ने, रंगरेटा गुरु का बेटा। इन्ना वड्डा मान दिता, नीवियां नूं मान देण वाला है कर, अपने सीने नाल लाता। उम्र विच भाई जैता जी बड़े वड्डे ने, पर सच जानना गुरु गोबिंद सिंह महाराज पातशाह जी ने एडा वड्डा मान दिता कि बाद में कोई भाई जैता अमृत छक के भाई जीवन सिंह बनया। तो याद रखना, जदों आनंदपुरी छड्डी सी, उस तो बाद मैदानी जंग में जूझदा होया अपना आपा कुर्बान कर गया सी। सो गुरु प्यार वालियो, सतगुरु सच्चे पातशाह जी ने उस समय पिता के सीस का संस्कार किया। शहीद गंज करके वो स्थान है, अज भी सुशोभित आनंदपुर में। हुण धन गुरु गोबिंद सिंह महाराज पातशाह जी उत्ते जिम्मेवारी सी, गुरु नानक दे इस बगीचे को संभालना सी, इस फुलवाड़ी को महकाउणा सी। हुण 3 गल्लां सन गुरु गोबिंद सिंह महाराज पातशाह जी के सामने। पहली गल तो या तो ये राह छड्ड के हथ विच माला फड़ के ते सिमरन भगती वाला राह अपना लेंदे, ये रस्ते में छड्ड देंदे, या फिर दूजा रस्ता यह सी भी पिता वांग अपना आप कुर्बान कर देंदे।
पहला राह उन्होंने इस करके नहीं अपनाया क्योंकि समय की लोड़ सी, समय की लोड़ सी भी जालम सरकार के जिहड़े जुल्म सन उन्होंने ठिल पाई जा सके। आम लोगों उत्ते हो रहे जुल्मां जिहड़े कि आम लोकाई सी वो साह नहीं सी लै पा रही, उन्होंने अज लोड़ सी। क्योंकि जे गुरु गोबिंद सिंह महाराज पातशाह जी आवाज़ ना चुकते तो गुरु तेग बहादुर महाराज की शहीदी अजाई चली जानी सी, किसी मुल नहीं सी पैनी। क्योंकि गुरु तेग बहादुर महाराज जी ने अपना खून डोल के लोगों के अंदर एक जागृति लैके आती सी, एक हलूना दिता लोगों को, उन्होंने अंदर एक जोश पैदा कर दिता। हुण उस जोश की सही ढंग नाल वरतों करने की लोड़ सी। तो गुरु गोबिंद सिंह महाराज पातशाह जी ने पहला राह नहीं अपनाया भी हाथ में माला फड़ के ते सिमरन वाला राह अपना लवां, तो दूसरा राह भी नहीं अपनाया भी अपना आप समर्पित कर देवां, क्योंकि वो कारज गुरु तेग बहादुर महाराज ने करता सी। तीजा रस्ता सी हाथ में हथियार फड़ के ते जुलमी सरकार दीयां जड़ां नूं पुट देना। गुरु नानक दे घर विच हमेशा पहला प्यार की गल हुंदी है। तुसीं कदी वेखो गुरु नानक देव महाराज जी पहला प्यार की गल करते हैं, प्यार नाल समझाउंदे ने, फिर विचार नाल समझाउंदे ने, ते जे कोई विचार नाल भी ना समझे तो फिर गल हथियार ते आउंदी है। इस घर का असूल है। गुरु नानक देव महाराज जी ने प्यार नाल समझाया उन्होंने लोगों को। गुरु अंगद देव महाराज, गुरु अमरदास सच्चे पातशाह जी, गुरु रामदास सच्चे पातशाह जी तक विचार नाल समझाया गया, तो गल जदों ना बनी तो गुरु अर्जन देव महाराज पातशाह जी ने फिर अपनी शहादत दी। शहादत तो बाद गुरु हरगोबिंद पातशाह जी ने फिर हथियार नाल समझाया। फिर थोड़ा समा बिल्कुल शांति वाला माहौल रहा। धन गुरु हरराय महाराज पातशाह जी ने प्यार नाल समझाया। गुरु हरकृष्ण महाराज पातशाह जी ने प्यार नाल विचार नाल समझाया। गुरु तेग बहादुर महाराज जी ने शहीदी दी। शायद हो सकता है शहीदी दे नाल ही कुछ फर्क पै जाए, पर सच जानना जिहड़ा मनुख सियासी हुंदा है ना, सियासी मनुख का जिहड़ा हिरदा है ना पत्थर वर्गा हुंदा है। शहादतां जिहड़ियां ने वो जिन्हां दे दिल मोम वर्गे हुंदे ना उन्हां दे दिल तां पग्गर जांदे ने, पर जिन्हां दे दिल पत्थर वर्गे हुंदे ने पग्गरदे नहीं। पत्थर नूं तोड़ के ते चूर चूर करके उन्हें रेता विच मिलाउणा पैंदा है। इस करके एक मजबूत हथौड़े की हथियार की लोड़ हुंदी है। औरंगजेब का दिल इन्ना सख्त पत्थर वर्गा सी ना कि गुरु तेग बहादुर महाराज की शहीदी दे नाल पता नहीं किन्ने कु लोगों के दिल पसीज गए सन, पर औरंगजेब का अंदर पत्थर वर्गा सी। क्यों? एक पत्थर मनुख ही किसी के दर्द को नहीं समझ सकता जिन्हें अपने बाप को खत्म कर दिता हो। औरंगजेब कितना जालम राजा सी, इहदी मिसाल तुहानूं मिल जाएगी इतिहास विच। उन्हें अपने पिता को ना कैद करके रखा होया सी, जेल दे विच कैद करके इस तरह रखा काल कोठड़ी दे विच, ते उन्हां अपने पिता को सिर्फ एक प्याला पानी का दिंदा सी ते दिन की एक रोटी दिंदा हुंदा सी। एक दिन उनके पिता ने अपने पुत्र को अपने पसीने ते खून के नाल एक चिट्ठी लिख के भेजी। कह लगा, पुत्र दुनिया के अंदर लोग मैं वेखे ने जिहड़े मरियां दा पितर करते हैं। लोग मरियां नूं रोटियां खवाउंदे ने, पितर करते हैं, हिंदू लोग करते सन। मरियां दे भोजन करते हैं। मैं ते हाले जिउंदा वां, घट्टो घट्ट मैनू 2 प्याले पानी रोज दे दिया कर ते 2 प्रशादे। चल प्रशादे बिना फिर भी सर जाएगा, पानी बिना नहीं सकता। तो सच जानना औरंगजेब ने उस समय एक गल आखी सी, पिता जी एक तो अद्धा तो हो सकता है पर 1 तो 2 नहीं हो सकते। 1 तो अद्धा, क्योंकि उनकी सोच सी भी जे किते मेरा पिता रज गया तो रज्जिया होया बंदा राज के सुपने लैन लग जाता है। भुखा बंदा तो खाली रोटी ते पानी के बारे सोचेगा।
ਭੁੱਖਾ ਬੰਦਾ ਹੋਰ ਕੀ ਸੋਚੇਗਾ। ਰੱਜਿਆ ਬੰਦਾ ਜਿਹੜਾ ਰਾਜ ਦੇ ਸੁਪਨੇ ਲੈ ਕਰਤੇ, ਜੇ ਕਿਤੇ ਮੇਰੇ ਬਾਪ ਨੇ 2 ਰੋਟੀਆਂ ਖਾ ਲਈਆਂ, ਪਾਣੀ ਰੱਜ ਕੇ ਪੀ ਲਿਆ, ਮੇਰੇ ਰਾਜ ਨੂੰ ਖਤਰਾ ਹੋ ਜਾਵੇਗਾ। ਤਾਂ ਉਹਨੇ ਕੀ ਨੀਤੀ ਅਪਣਾਈ ਸੀ। ਇੱਕ ਦਿਨ ਕਹਿੰਦੇ ਆਪਣੇ ਭਰਾ ਦਾਰਾ ਸ਼ਿਕੋ ਉਹਦੀ ਵੱਢ ਕੇ ਨਾ ਗਰਦਨ ਇਸ ਤਰ੍ਹਾਂ ਵੱਢ ਕਲਮ ਕਰਕੇ, ਈਦ ਵਾਲਾ ਦਿਨ ਸੀ, ਉਹਨੇ ਆਪਣੇ ਭਰਾ ਦਾਰਾ ਸ਼ਿਕੋ ਦਾ ਧੌਣ ਕਰਕੇ ਵੱਖ ਤੇ ਐਨ ਥਾਲ ਦੇ ਵਿੱਚ ਰੱਖ ਕੇ ਉੱਤੇ ਪਾ ਕੇ ਕੱਪੜਾ ਤੇ ਐਨ ਲਿਜਾ ਕੇ ਜਿੱਥੇ ਪਿਤਾ ਦੀ ਕਾਲ ਕੋਠੜੀ ਸੀ ਉੱਥੇ ਲਿਜਾ ਕੇ ਸ਼ਾਹਜਹਾਂ ਦੇ ਸਾਹਮਣੇ। ਤੇ ਹੁਣ ਪਿਤਾ ਨੇ ਵੇਖਿਆ ਵੀ ਸ਼ਾਇਦ ਈਦ ਵਾਲਾ ਦਿਨ ਹੈ ਤੇ ਹੋ ਸਕਦਾ ਮੇਰੇ ਪੁੱਤਰ ਦਾ ਦਿਲ ਪਸੀਜ ਗਿਆ ਹੋਵੇ ਤੇ ਮੇਰੇ ਵਾਸਤੇ ਅੱਜ ਵਧੀਆ ਪਕਵਾਨ ਖਾਣ ਵਾਸਤੇ ਭੋਜਨ ਲੈ ਕੇ ਆਇਆ ਹੋਵੇ। ਸੱਚ ਜਾਣਿਓ, ਜਦੋਂ ਪਿਤਾ ਨੇ ਉੱਤੋਂ ਕੱਪੜਾ ਚੱਕਿਆ ਤੇ ਉਹਦੇ ਤੋਂ ਵੇਖਿਆ ਨਾ ਗਿਆ, ਕਿਉਂਕਿ ਉਹਦੇ ਦੂਸਰੇ ਪੁੱਤਰ ਦਾ ਸਿਰ ਵੱਢ ਕੇ ਔਰੰਗਜ਼ੇਬ ਨੇ ਆਪਣੇ ਭਰਾ ਦਾ ਐਨ ਥਾਲ ਵਿੱਚ ਰੱਖ ਕੇ ਗਿਰ ਦਿੱਤਾ। ਏਡਾ ਕਰੂਰ ਰਾਜਾ ਸੀ ਉਹ, ਇੰਨਾ ਪੱਥਰ ਦਿਲ ਰਾਜਾ ਸੀ। ਤੇ ਐਸੇ ਰਾਜੇ ਨੂੰ ਫਿਰ ਮਾਤ ਪਾਉਣ ਵਾਸਤੇ ਕਿਸੇ ਚੰਗੇ ਹਥਿਆਰ ਦੀ ਲੋੜ ਸੀ। ਹਥਿਆਰ ਤੋਂ ਬਿਨਾਂ ਬਾਜ ਨਹੀਂ ਸੀ ਆਉਣਾ। ਹੁਣ ਗੁਰੂ ਪਿਆਰ ਵਾਲਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਰਾਹ ਅਪਣਾਇਆ। ਉੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਲਾਨ ਕਰਤਾ, ਚੰਗੇ ਘੋੜੇ, ਚੰਗੇ ਸ਼ਸਤਰ ਤੇ ਚੰਗੇ ਨੌਜਵਾਨ ਅੱਗੇ ਆਉਣ। ਨਿਤ ਕੁਸ਼ਤੀਆਂ ਹੁੰਦੀਆਂ, ਨਿਤ ਉੱਥੇ ਜੰਗੀ ਅਭਿਆਸ ਹੁੰਦੇ, ਨਿਤ ਹੀ ਘੋੜਿਆਂ ਦੀ ਸਵਾਰੀ ਹੁੰਦੀ, ਸ਼ਸਤਰ ਅਭਿਆਸ ਹੁੰਦੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਇਸ ਘਰ ਦੇ ਵਿੱਚ ਜਦੋਂ ਵੀ ਕਦੀ ਕੋਈ ਗੱਲ ਹੋਵੇ, ਉਹ ਗੱਲ ਹਮੇਸ਼ਾ ਚੜ੍ਹਦੀ ਕਲਾ ਦੀ ਹੋਵੇ ਤੇ ਇਸ ਘਰ ਵਿੱਚ ਉਹ ਗੱਲ ਹੋਵੇ ਜਿਹਦੇ ਨਾਲ ਜ਼ੁਲਮੀ ਰਾਜ ਨੂੰ ਹਿਲਾਇਆ ਜਾ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਤੇ ਹੁਕਮ ਕੀਤਾ। ਉਸ ਸਮੇਂ ਮਾਮਾ ਕਿਰਪਾਲ ਚੰਦ ਸਲਾਹਕਾਰ ਸਨ ਤੇ ਦੀਵਾਨ ਆਨੰਦ ਚੰਦ ਜਿਹੜੇ ਨੇ ਉਹ ਯਾਦ ਰੱਖਣਾ ਸਤਿਗੁਰੂ ਪਾਤਸ਼ਾਹ ਜੀ ਦੇ ਦੀਵਾਨ ਸਨ। ਦੋਵੇਂ ਸੂਝਵਾਨ ਪੁਰਖ। ਮਹਾਰਾਜ ਨੇ ਹੁਕਮ ਕੀਤਾ, ਕਹਿਣ ਲੱਗੇ ਇੱਕ ਨਗਾਰਾ ਤਿਆਰ ਕਰਵਾਇਆ ਜਾਵੇ। ਦੀਵਾਨ ਆਨੰਦ ਚੰਦ ਨੇ ਇੱਕ ਨਗਾਰਾ ਤਿਆਰ ਕਰਵਾਇਆ ਸੀ, ਬੜਾ ਵੱਡਾ। ਜਦੋਂ ਲਿਆ ਕੇ ਪੇਸ਼ ਕੀਤਾ ਤੇ ਮਹਾਰਾਜ ਨੇ ਦਾ ਨਾਂ ਰੱਖਿਆ ਸੀ ਰਣਜੀਤ ਨਗਾਰਾ। ਜਦੋਂ ਉਸ ਨਗਾਰੇ ਨੂੰ ਵਜਾਇਆ ਜਾਂਦਾ ਸੀ ਨਾ ਤੇ ਪਹਾੜੀ ਰਾਜੇ ਕੰਬ ਜਾਇਆ ਕਰਦੇ ਸਨ। ਇੰਨਾ ਵੱਡਾ ਨਗਾਰਾ ਤੇ ਉਹਦੀ ਆਵਾਜ਼ ਇੰਨੀ ਬੁਲੰਦ ਹੁੰਦੀ ਸੀ, ਕਿਉਂਕਿ ਔਰੰਗਜ਼ੇਬ ਦੇ ਰਾਜ ਵਿੱਚ ਨਾ ਕੋਈ ਨਗਾਰਾ ਵਜਾ ਸਕਦਾ ਸੀ, ਨਾ ਘੋੜੇ ਦੀ ਸਵਾਰੀ ਕਰ ਸਕਦਾ ਸੀ, ਨਾ ਕੋਈ ਸ਼ਿਕਾਰ ਖੇਡ ਸਕਦਾ ਸੀ, ਨਾ ਕੋਈ ਹਥਿਆਰ ਰੱਖ ਸਕਦਾ ਸੀ ਤੇ ਨਾ ਕੋਈ ਪੱਗ ਬੰਨ੍ਹ ਸਕਦਾ ਸੀ। ਉਹਦੇ ਰਾਜ ਦੇ ਵਿੱਚ ਇੰਨੀ ਤਾਨਾਸ਼ਾਹੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ, ਦਾਦੇ ਨੇ ਪਹਿਲਾਂ ਅਕਾਲ ਤਖਤ ਬਣਾਇਆ, ਮੀਰੀ ਪੀਰੀ ਦੀਆਂ 2 ਤਲਵਾਰਾਂ ਰੱਖੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਵੀ 2 ਤਲਵਾਰਾਂ ਪਹਿਨਦੇ ਸਨ। ਅਕਾਲ ਤਖਤ 'ਤੇ ਸੁਸ਼ੋਭਿਤ ਹੁੰਦੇ ਸਨ। ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜਿਆਂ ਦੀ ਸਵਾਰੀ ਵੀ ਕਰਦੇ ਸਨ, ਸ਼ਿਕਾਰ ਵੀ ਖੇਡਦੇ ਸਨ। ਤੇ ਗੁਰੂ ਪਿਆਰ ਵਾਲਿਓ, ਸਮਾਂ ਪੈਣ ਤੇ ਨਾਲ ਜੰਗਾਂ ਵੀ ਲੜੀਆਂ। ਇਹਦਾ ਦਾਦਾ ਇੰਨਾ ਮਹਾਨ ਹੋਵੇ, ਫਿਰ ਉਹਦਾ ਪੋਤਾ ਕਿੰਨਾ ਮਹਾਨ ਹੋਵੇਗਾ। ਆਮ ਮਹਾਰਾਜ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਲਗੀ ਲਾਉਣੀ, ਦਸਤਾਰ ਸਜਾਉਣੀ ਤੇ ਉੱਚੇ ਆਸਣਾਂ 'ਤੇ ਬਹਿਣਾ, ਘੋੜ ਸਵਾਰੀ ਵੀ ਕਰਨੀ ਤੇ ਨਾਲ ਨਗਾਰੇ ਵੀ ਵਜਾਉਣੇ। ਇਹ ਸਾਰੀਆਂ ਗੱਲਾਂ ਜਿਹੜੀਆਂ ਅਨੰਦਪੁਰ ਵਿੱਚ ਇਹ ਘਟਨਾਵਾਂ ਵਰਤਦੀਆਂ ਸਨ, ਜਿਨ੍ਹਾਂ ਨੂੰ ਵੇਖ ਕੇ ਸਮੇਂ ਦੀ ਹਕੂਮਤ ਜਿਹੜੀ ਹੈ ਉਹ ਕੰਬਲ ਲੱਗ ਪਈ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਰ ਕੀ ਰਹਿਮਤਾਂ ਕੀਤੀਆਂ, ਕਿਵੇਂ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟੀਆਂ, ਇਹ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਵਿਚਾਰ ਸਾਂਝੀ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ